ਇੱਕਦਮ ਹੀ ਇਹ ਜਦੋਂ ਨਵੇਂ ਸਾਲ ਦੀਆਂ ਵਧਾਈਆਂ ਦੇ ਕੇ ਇੱਕ ਪਾਸੇ ਸਰਕਾਰ ਨੇ ਲੋਕਾਂ ਨੂੰ, ਚਰਨਜੀਤ ਨੇ, ਐਸਸੀ ਮਿਨਿਸਟਰ ਨੇ ਇੱਕ ਪਾਸੇ ਐਸਸੀ ਬੱਚਿਆਂ ਦੇ ਜਾਂਚ ਹੀ ਬੰਦ ਕਰਾਤੀ। ਜਿਹੜੀ ਲੀਡਰਸ਼ਿਪ ਆ ਉਹਦੀ ਮਿਲੀ ਭੁਗਤ ਦੇ ਨਾਲ ਇਹਨਾਂ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ ਔਰ ਇਹਦੇ ਨਾਲ ਇਲੈਕਸ਼ਨਾਂ ਦੇ ਵਿੱਚ ਇਹ ਉਹਨਾਂ ਤੋਂ ਵੱਡੇ ਪੱਧਰ ਤੇ ਫੰਡ ਲੈਣਗੇ ਕਿ ਗਰੀਬ ਬੱਚਿਆਂ ਦੇ ਜਿਹੜੇ ਭਵਿੱਖ ਹੈ ਉਸ ਨੂੰ ਬਰਬਾਦ ਕਰਨ ਵਾਲਿਆਂ ਦੇ ਨਾਲ ਮਿਲ ਕੇ ਜਿਹੜਾ ਅਨੁਸੂਚਿਤ ਜਾਤੀ ਵਰਗ ਹੈ ਉਹਨਾਂ ਦਾ ਭਵਿੱਖ ਇਹ ਤਬਾਹ ਕਰਨ ਤੇ ਤੁਲੇ ਨੇ। ਕਿੰਨਾ ਵੱਡਾ ਦੁਖਾਂਤ ਨਹੀਂ ਹੈ। ਸ਼ਡਿਊਲ ਕਾਸਟ ਮੁੱਖ ਮੰਤਰੀ ਹੋਵੇ, ਸ਼ਡਿਊਲ ਕਾਸਟ ਮਿਨਿਸਟਰ ਸੀ ਸਾਧੂ ਸਿੰਘ ਧਰਮਸੋਤ, ਰਾਜਕੁਮਾਰ ਵੇਰਕਾ ਉਸ ਕੈਟਾਗਰੀ ਚ ਆਉਂਦੇ ਨੇ, ਅਰੁਣਾ ਚੌਧਰੀ ਵੀ ਪਹਿਲਾਂ ਉਸਦੇ ਮਿਨਿਸਟਰ ਰਹੇ, ਉਹ ਵੀ ਇਸ ਕੈਟਾਗਰੀ ਚ ਆਉਂਦੇ ਨੇ ਕਿ ਐਸਸੀ ਬੱਚਿਆਂ ਦਾ ਪੈਸਾ ਐਸਸੀ ਮਿਨਿਸਟਰ ਖਾ ਰਹੇ ਨੇ ਤੇ ਐਸਸੀ ਜਿਹੜੇ ਮੰਤਰੀ ਨੇ ਉਹ ਵੀ ਚੁੱਪ ਬੈਠੇ ਨੇ, ਮਿੱਟੀ ਦੇ ਮਾਧੋ ਬਣ ਕੇ, ਕਠਪੁਤਲੀਆਂ ਬਣ ਕੇ, ਕਹਿੰਦੇ ਬੋਲਿਆ ਹੀ ਨਹੀਂ ਕੋਈ। ਸਾਹਮਣੇ ਆਈ ਸੀ ਕਿ 100 ਕਰੋੜ ਤੋਂ ਉੱਪਰ ਦਾ 101 ਕਰੋੜ ਰੁਪਏ ਦਾ ਘੁਟਾਲਿਆ ਸੀ। 70 ਕਾਲਜ ਸੀਗੇ, ਕਿਤੇ ਨਾ ਕਿਤੇ ਇਹ ਵੀ ਚਰਚਾ ਜਦੋਂ ਗੱਲ ਉੱਡੀ ਸੀ ਕਿ ਜਿਹੜੇ 70 ਕਾਲਜ ਨੇ ਇਹਨਾਂ ਮੰਤਰੀਆਂ ਸੰਤਰੀਆਂ ਦੀ ਹੈਗੇ ਨੇ, ਇਸੇ ਕਰਕੇ ਚਰਨਜੀਤ ਤੇ ਦਬਾਇਆ ਕਿ ਫਾਈਲ ਨੂੰ ਅੰਦਰ ਖਾਤੇ ਬੰਦ ਕਰ ਦਿਓ, ਰੌਲਾ ਨਾ ਪਵੇ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਨਵਾਂ ਸਾਲ ਚੜ੍ਹਿਆ ਹੈ, ਰਾਜਨੀਤੀ ਦੇ ਵਿੱਚ ਆਉਣ ਨੂੰ ਲੈ ਕੇ ਸਿਆਸੀ ਪਾਰਟੀਆਂ ਪੱਬਾਂ ਭਾਰ ਹੋਈਆਂ ਪਈਆਂ ਨੇ, ਰਾਜਨੀਤੀ 'ਚ ਤਾਂ ਆ ਚੁੱਕੀਆਂ ਨੇ, ਕਹਿੰਦੇ ਨੇ ਸੱਤਾ ਦੇ ਵਿੱਚ ਵੀ ਆਪਾਂ ਆ ਜਾਈਏ। ਤੇ ਜਿਵੇਂ ਹੀ ਇੱਕ ਨਵਾਂ ਸਾਲ ਚੜ੍ਹਿਆ ਤਾਂ ਇੱਕ ਬਹੁਤ ਗੰਭੀਰ ਮੁੱਦਾ ਇਸ ਨਵੇਂ ਸਾਲ 'ਚ ਇਸ ਵਿਧਾਨ ਸਭਾ ਚੋਣਾਂ ਦੀ ਰੌਸ਼ਨੀ ਦੇ ਵਿੱਚ ਦਬਾ ਦਿੱਤਾ ਗਿਆ। ਕਾਲਾ ਪੈ ਗਿਆ, ਮੱਧਮ ਪੈ ਰਿਹਾ, ਪਰ ਕਈ ਅਜਿਹੇ ਵੀ ਹੈਗੇ ਨੇ ਜਿਹੜੇ ਕਹਿੰਦੇ ਨੇ ਇਸ ਮਾਮਲੇ ਨੂੰ ਅਸੀਂ ਮਿੱਟੀ ਦੇ ਵਿੱਚ ਮਿਲਣ ਨਹੀਂ ਦੇਵਾਂਗੇ। ਮਾਮਲਾ ਕੀ ਹੈ? ਇਸ ਮਾਮਲੇ ਕਰਕੇ ਜਿੱਥੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਵੀ ਹਿੱਲ ਗਈ ਸੀ, ਜਵਾਬ ਦੇਣਾ ਔਖਾ ਹੋ ਗਿਆ ਸੀ, ਉੱਥੇ ਸਾਧੂ ਸਿੰਘ ਧਰਮਸੋਤ ਦੀ ਕੁਰਸੀ ਤਾਂ ਚਲੀ ਹੀ ਗਈ ਸੀ। ਭਾਵੇਂ ਹੁਸ਼ਿਆਰਪੁਰ ਤੋਂ ਵਿਧਾਇਕ ਜਿਹੜੇ ਹੈਗੇ ਨੇ ਰਾਜਕੁਮਾਰ ਚੱਬੇਵਾਲ ਜ਼ਰੂਰ ਪਿੱਠ ਥਾਪੜਦੇ ਰਹੇ ਸੀ ਇਸ ਮੁੱਦੇ ਤੇ, ਮੁੱਦਾ ਵੀ ਜੁੜਿਆ ਹੋਇਆ ਹੈ। ਖੁਦ ਸਾਡੇ ਮੁੱਖ ਮੰਤਰੀ ਜੋ ਹੈਗੇ ਨੇ ਚਰਨਜੀਤ ਸਿੰਘ, ਰਿਜ਼ਰਵੇਸ਼ਨ, ਐਸਸੀ ਦਲਿਤ ਬੱਚਿਆਂ ਦਾ ਮੁੱਦਾ, ਦਲਿਤ ਬੱਚਿਆਂ ਦੀ ਸਕਾਲਰਸ਼ਿਪ ਦਾ ਮੁੱਦਾ, ਬੜੀ ਉਦੋਂ ਹਾਲ ਦੁਹਾਈ ਮਚੀ ਸੀ ਕਿ ਐਸਸੀ ਬੱਚਿਆਂ ਦਾ ਵਜੀਫਾ ਜਿਹੜਾ ਹੈਗਾ ਉਹ ਐਸਸੀ ਮਿਨਿਸਟਰ ਖਾ ਗਿਆ। ਭਾਵੇਂ ਉਹਨਾਂ ਨੂੰ ਲੈਸਨ ਵੀ ਮਿਲ ਗਿਆ, ਸਬਕ ਵੀ ਮਿਲ ਗਿਆ, ਕੁਰਸੀ ਚਲੀ ਗਈ ਸੀ, ਪਰ ਚਰਨਜੀਤ ਹੁਣ ਸਾਧੂ ਸਿੰਘ ਧਰਮਸੋਤ ਤੋਂ 4 ਕਦਮ ਅੱਗੇ ਲੰਘ ਗਏ ਨੇ। ਉਹਨਾਂ ਨੇ ਕੀ ਕੀਤਾ? ਜਿਵੇਂ ਹੀ ਲੋਕਾਂ ਨੂੰ ਉਹਨਾਂ ਨੇ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ 1 ਜਨਵਰੀ ਨੂੰ, ਉਸੇ ਦਿਨ ਉਹਨਾਂ ਨੇ ਇਸ ਮਾਮਲੇ ਜਿਹੜੀ ਪੜਤਾਲ ਚੱਲ ਰਹੀ ਸੀ, ਸਕਾਲਰਸ਼ਿਪ ਘੁਟਾਲਾ ਹੋਇਆ ਪਿਆ ਸੀ, ਐਸਸੀ ਬੱਚਿਆਂ ਦੇ ਵਜੀਫੇ ਦੀ ਰਕਮ ਦਾ 100 ਕਰੋੜ ਤੋਂ ਉੱਪਰ ਦਾ ਘੁਟਾਲਾ ਸੀ, 70 ਦੇ ਕਰੀਬ ਕਾਲਜ ਦੋਸ਼ੀ ਸੀਗੇ, ਉਹ ਜਿਹੜੀ ਜਾਂਚ ਚੱਲ ਰਹੀ ਸੀ ਉਹ ਫਾਈਲ ਹੀ ਉਹਨਾਂ ਨੇ ਬੰਦ ਕਰਵਾ ਦਿੱਤੀ ਹੈ ਕਿ ਲੋਕ ਤਾਂ ਸਾਰੇ ਚੋਣਾਂ 'ਚ ਰੁੱਝੇ ਹੋਣਗੇ ਤੇ ਕਿਸੇ ਨੂੰ ਪਤਾ ਨਹੀਂ ਹੋਏਗਾ ਕਿ ਉਸ ਮਾਮਲੇ ਦਾ ਬਣਿਆ ਕੀ। ਪਰ ਜਿਹੜੇ ਪੈੜ ਨੱਪਣ ਵਾਲੇ ਹੁੰਦੇ ਆ, ਪੈੜ ਨੱਪ ਲੈਂਦੇ ਨੇ। ਪਰਮਜੀਤ ਸਿੰਘ ਕੈਂਥ ਸੰਸਥਾਪਕ ਨੇ, ਪ੍ਰਧਾਨ ਨੇ ਨੈਸ਼ਨਲ ਸ਼ਡਿਊਲ ਕਾਸਟ ਅਲਾਈਅੰਸ ਦੇ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਤੇ ਉਹਨਾਂ ਨੇ ਇੱਕ ਵਾਰੀ ਫੇਰ ਝੰਡਾ ਚੁੱਕ ਲਿਆ। ਉਹ ਕਹਿੰਦੇ ਨੇ ਮਾਮਲਾ ਸੀ ਐਵੇਂ ਹੀ ਜਾਣ ਨਹੀਂ ਦੇਣਾ। ਸੋ ਕੀ ਕੀਤਾ ਚਰਨਜੀਤ ਉਹਨਾਂ ਨੇ? ਕੁਝ ਸਵਾਲ ਜਵਾਬ ਕੈਂਥ ਉਹਨਾਂ ਨਾਲ। ਸੋ ਕੈਂਥ ਸਾਹਿਬ, ਇੱਕਦਮ ਹੀ ਇਹ ਜਦੋਂ ਨਵੇਂ ਸਾਲ ਦੀਆਂ ਵਧਾਈਆਂ ਦੇ ਕੇ ਇੱਕ ਪਾਸੇ ਸਰਕਾਰ ਨੇ ਲੋਕਾਂ ਨੂੰ, ਚਰਨਜੀਤ ਨੇ, ਐਸਸੀ ਮਿਨਿਸਟਰ ਨੇ ਇੱਕ ਪਾਸੇ ਐਸਸੀ ਬੱਚਿਆਂ ਦੇ ਜਾਂਚ ਹੀ ਬੰਦ ਕਰਾਤੀ ਜੀ, ਕਿਉਂਕਿ ਇਹਨਾਂ ਨੇ ਆਪਣੀ ਕੈਬਨਿਟ ਨੂੰ ਸੱਦਿਆ। ਕੈਬਨਿਟ ਦੇ ਵਿੱਚ ਜਿਹੜੇ ਲੱਖਾਂ ਜਿਹੜੇ ਵਿਦਿਆਰਥੀ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਫਾਇਦਾ ਲੈਂਦੇ ਨੇ, ਉਹਨਾਂ ਬੱਚਿਆਂ ਦੇ ਨਾਲ ਧੱਕਾ ਤੇ ਧੋਖਾ ਕੀਤਾ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਰਾਤੋਂ ਰਾਤ ਅਜਿਹਾ ਫੈਸਲਾ ਕੀਤਾ ਕੈਬਨਿਟ ਦੇ ਵਿੱਚ, ਇਸ ਦੇ ਨਾਲ ਸਮਾਜ ਦੇ ਵਿੱਚ ਜਿਹੜਾ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀ ਨੇ ਉਹਨਾਂ ਵਿੱਚ ਨਿਰਾਸ਼ਾ ਤੇ ਹਤਾਸ਼ ਹੈ। ਤੇ ਉਹ ਲੋਕ ਇਸ ਗੱਲ ਤੋਂ ਚਿੰਤਤ ਨੇ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਬੱਚਿਆਂ ਦੇ ਜਿਹੜਾ ਰੁਪਇਆ, ਉਹ ਲੱਖਾਂ ਨਹੀਂ ਕਰੋੜਾਂ ਰੁਪਇਆ ਇਹਨਾਂ ਨੇ ਹੜੱਪਿਆ, ਜਿਨ੍ਹਾਂ ਨੂੰ ਅੱਜ ਕਿ ਉਹਨਾਂ ਦੇ ਖਿਲਾਫ ਬਣਦਾ ਤਾਂ ਇਹ ਸੀ ਕਿ FIR ਦਰਜ ਕੀਤੀ ਜਾਂਦੀ ਔਰ ਉਹਨਾਂ ਦੇ ਖਿਲਾਫ ਜਿਹੜਾ ਲੀਗਲ ਬੈਟਲ ਤੇ ਜਿਹੜਾ ਐਕਸ਼ਨ ਹੁੰਦਾ ਔਰ ਉਹਨਾਂ ਬੰਦਿਆਂ ਤੋਂ ਰਿਕਵਰੀ ਕੀਤੀ ਜਾਂਦੀ। ਉਹਨਾਂ ਨੂੰ ਕੁਝ ਪੈਸੇ ਲੈ ਕੇ ਉਹਨਾਂ ਨੂੰ ਜਿਹੜੀਆਂ ਕਲੀਨ ਚਿੱਟਾਂ ਦਿੱਤੀਆਂ ਗਈਆਂ, ਜਿਸ ਦੇ ਨਾਲ ਸਮਾਜ ਔਰ ਪੰਜਾਬ ਦੇ, ਖਾਸ ਕਰ ਪੰਜਾਬ ਦਾ ਰੁਪਇਆ ਔਰ ਕੇਂਦਰ ਸਰਕਾਰ ਦਾ ਰੁਪਇਆ, ਕਰੋੜਾਂ ਰੁਪਏ ਦਾ ਜਿਹੜਾ ਚੂਨਾ ਲਾਇਆ। ਸਾਨੂੰ ਇਸ ਗੱਲ ਦਾ ਸ਼ੱਕ ਹੈ ਕਿ ਇਸ ਦੇ ਵਿੱਚ ਰਾਜਕੁਮਾਰ ਵੇਰਕਾ ਜਿਹੜੇ ਸੋਸ਼ਲ ਐਂਡ ਇੰਪਾਵਰਮੈਂਟ ਮਿਨਿਸਟਰੀ ਸੀ ਉਹਨਾਂ ਕੋਲ, ਔਰ ਚਰਨਜੀਤ ਸਿੰਘ ਚੰਨੀ ਨੇ ਖਾਸ ਕਰ ਕਾਂਗਰਸ ਪਾਰਟੀ ਦੀ ਜਿਹੜੀ ਲੀਡਰਸ਼ਿਪ ਆ ਉਹਦੀ ਮਿਲੀ ਭੁਗਤ ਦੇ ਨਾਲ ਇਹਨਾਂ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ ਔਰ ਇਹਦੇ ਨਾਲ ਇਲੈਕਸ਼ਨਾਂ ਦੇ ਵਿੱਚ ਇਹ ਉਹਨਾਂ ਤੋਂ ਵੱਡੇ ਪੱਧਰ ਤੇ ਫੰਡ ਲੈਣਗੇ ਕਿ ਗਰੀਬ ਬੱਚਿਆਂ ਦੇ ਜਿਹੜੇ ਭਵਿੱਖ ਹੈ ਉਸ ਨੂੰ ਬਰਬਾਦ ਕਰਨ ਵਾਲਿਆਂ ਦੇ ਨਾਲ ਮਿਲ ਕੇ ਜਿਹੜਾ ਅਨੁਸੂਚਿਤ ਜਾਤੀ ਵਰਗ ਹੈ ਉਹਨਾਂ ਦਾ ਭਵਿੱਖ
ਇਹ ਤਬਾਹ ਕਰਨ ਤੇ ਤੁਲੇ ਨੇ ਔਰ ਨੈਸ਼ਨਲ ਸ਼ੈਡਿਊਲ ਕਾਸਟ ਅਲਾਈਅੰਸ ਇਹਨਾਂ ਨੂੰ ਕਿਸੇ ਕੀਮਤ ਤੇ ਅਜਿਹਾ ਨਹੀਂ ਕਰਨ ਦੇਗਾ ਔਰ ਨਾ ਹੀ ਅਸੀਂ ਇਸ ਨੂੰ ਬਰਦਾਸ਼ਤ ਕਰਾਂਗੇ। ਕਹਿਣ ਸਾਹਿਬ ਕਿੱਡਾ ਵੱਡਾ ਦੁਖਾਂਤ ਨਹੀਂ ਹੈ, ਸ਼ਡਿਊਲ ਕਾਸਟ ਮੁੱਖ ਮੰਤਰੀ ਹੋਵੇ, ਸ਼ਡਿਊਲ ਕਾਸਟ ਮਿਨਿਸਟਰ ਜੀ ਸਾਧੂ ਸਿੰਘ ਧਰਮਸੋਤ, ਰਾਜਕੁਮਾਰ ਵੇਰਕਾ ਉਸ ਕੈਟਾਗਰੀ ਚ ਆਉਂਦੇ ਨੇ, ਅਰੁਣਾ ਚੌਧਰੀ ਵੀ ਪਹਿਲਾਂ ਉਸਦੇ ਮਿਨਿਸਟਰ ਨੇ, ਉਹ ਵੀ ਇਸ ਕੈਟਾਗਰੀ ਚ ਆਉਂਦੇ ਨੇ ਕਿ ਐਸੀ ਬੱਚਿਆਂ ਦਾ ਪੈਸਾ ਐਸੀ ਮਿਨਿਸਟਰ ਖਾ ਰਹੇ ਨੇ ਤੇ ਐਸੀ ਜਿਹੜੇ ਮੰਤਰੀ ਨੇ ਉਹ ਵੀ ਚੁੱਪ ਬੈਠੇ ਨੇ, ਮਿੱਟੀ ਦੇ ਮਾਧੋ ਬਣ ਕੇ, ਕਠਪੁਤਲੀਆਂ ਬਣ ਕੇ, ਕਹਿੰਦੇ ਬੋਲਿਆ ਹੀ ਨਹੀਂ ਕੋਈ। ਕਿਉਂਕਿ ਇਹਦੇ ਵਿੱਚ ਕੈਬਨਿਟ ਦੇ ਵਿੱਚ ਜਿਹੜੇ ਚਾਹੇ ਅਰੁਣਾ ਚੌਧਰੀ ਜੀ ਹੋਣ, ਚਾਹੇ ਚਰਨਜੀਤ ਸਿੰਘ ਜੀ ਚੰਨੀ, ਉਹ ਤਾਂ ਮੁੱਖ ਮੰਤਰੀ ਪੰਜਾਬ ਹੀ ਨੇ, ਚਾਹੇ ਰਾਜਕੁਮਾਰ ਜੀ ਵੇਰਕਾ ਹੋਣ, ਹੋਰ ਵੀ ਜਿਹੜੇ, ਕਿਉਂਕਿ ਇਹ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਰੁਪਿਆ ਆਂਦਾ ਕਿ ਜਿਹੜੀ ਸੈਂਟਰ ਸਪਾਂਸਰ ਸਕੀਮ ਹੈ, ਇਹ ਸ਼ੈਡਿਊਲ ਕਾਸਟਾਂ ਦੇ ਲਈ ਵੀ ਹੈ, ਇਹ ਬੈਕਵਰਡ ਕਲਾਸਿਸ ਦੇ ਲਈ ਹੈ ਔਰ ਮਿਨੋਰਟੀ ਦੇ ਜਿਹੜੀ ਧਾਰਮਿਕ ਘੱਟ ਗਿਣਤੀਆਂ ਉਹਨਾਂ ਦੇ ਲਈ ਇਹ ਪੈਸੇ ਦੀ ਜਿਹੜਾ ਵੰਟਨ ਕੀਤਾ ਜਾਂਦਾ ਹੈ। ਉਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਪਿਛਲੇ ਇੱਕ ਲੰਮੇ ਅਰਸੇ ਤੋਂ ਜਿਹੜੀ ਹੈ ਇਹਨਾਂ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਔਰ ਇਹਨਾਂ ਨੇ ਜਿਹੜਾ ਕੈਬਨਿਟ ਦੇ ਵਿੱਚ ਜਿਸ ਤਰੀਕੇ ਨਾਲ ਇਹ ਰੈਜ਼ੋਲੂਸ਼ਨ ਪਾਸ ਕੀਤਾ ਉਹ ਸਰਾਸਰ ਗਲਤ ਹੈ। ਜਿਨ੍ਹਾਂ ਕਾਲਜਸ ਯੂਨੀਵਰਸਿਟੀਆਂ ਦੀ ਮੈਨੇਜਮੈਂਟ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ, ਉਹਨਾਂ ਦੇ ਖਿਲਾਫ ਐਕਸ਼ਨ ਕਰਨ ਦੀ ਬਜਾਏ ਇਹ ਫਾਈਲ ਨੂੰ ਇਹਨਾਂ ਨੇ ਬੰਦ ਕੀਤਾ ਹੈ ਔਰ ਇਸ ਦੇ ਸੰਬੰਧ ਵਿੱਚ ਨੈਸ਼ਨਲ ਸ਼ੈਡਿਊਲ ਕਾਸਟ ਅਲਾਈਅੰਸ ਹੈ ਜਿਹੜਾ ਪੰਜਾਬ ਦੇ ਮਾਨਯੋਗ ਗਵਰਨਰ ਨੇ ਉਹਨਾਂ ਨੂੰ ਮਿਲ ਕੇ ਜਿਹੜੀ ਇਹਨਾਂ ਨੇ ਉਹਨਾਂ ਨੂੰ ਮਾਫ ਕਰਨ ਦੀ ਆੜ ਵਿੱਚ ਇਹ ਗੋਰਖ ਧੰਦਾ ਚਲਾਇਆ ਔਰ ਵੱਡੇ ਪੱਧਰ ਤੇ ਭ੍ਰਸ਼ਟਾਚਾਰ ਕਰਿਆ, ਅਸੀਂ ਉਸ ਨੂੰ ਉਜਾਗਰ ਕਰ ਰਹੇ ਹਾਂ। ਸੋ ਜੋ ਹਾਲ ਤੱਕ ਗੱਲ ਸਮਝ ਆਈ ਹੈ ਕੈਂਸਰ ਸਾਹਿਬ, ਜੋ ਸਾਹਮਣੇ ਆਈ ਸੀ ਕਿ 100 ਕਰੋੜ ਤੋਂ ਉੱਪਰ ਦਾ 101 ਕਰੋੜ ਰੁਪਏ ਦਾ ਘੁਟਾਲਿਆ ਸੀ, 70 ਕਾਲਜ ਸੀਗੇ। ਕਿਤੇ ਨਾ ਕਿਤੇ ਇਹ ਵੀ ਚਰਚਾ ਜਦੋਂ ਗੱਲ ਉੱਡੀ ਸੀ ਕਿ ਜਿਹੜੇ 70 ਕਾਲਜ ਨੇ ਇਹਨਾਂ ਮੰਤਰੀਆਂ ਸੰਤਰੀਆਂ ਦੀ ਹੈਗੇ ਨੇ, ਇਸੇ ਕਰਕੇ ਚਰਨਜੀਤ ਤੇ ਦਬਾਇਆ ਕਿ ਫਾਈਲ ਨੂੰ ਅੰਦਰ ਖਾਤੇ ਬੰਦ ਕਰ ਦਿਓ, ਰੌਲਾ ਨਾ ਪਵੇ। ਕਿਉਂਕਿ ਜਿਹੜੇ ਕਾਲਜਸ ਯੂਨੀਵਰਸਿਟੀਆਂ ਦੀ ਮੈਨੇਜਮੈਂਟ ਹੈ ਇਹਦੇ ਵਿੱਚ ਬਹੁਤੇ ਜਿਹੜੇ ਲੋਕ ਨੇ ਉਹ ਰਾਜਨੀਤਿਕ ਪਾਰਟੀਆਂ ਨਾਲ ਸੰਬੰਧਿਤ ਨੇ ਔਰ ਸਾਰੇ ਬੰਦਿਆਂ ਨੇ ਇਹ ਲੁੱਟ, ਕਿਉਂਕਿ ਇਹ ਲੁੱਟ ਖਸੁੱਟ ਜਿਹੜੀ ਹੈ ਅਕਾਲੀਆਂ ਦੇ ਰਾਜ ਵਿੱਚ ਵੀ ਹੋਈ ਹੈ ਔਰ ਕਾਂਗਰਸ ਦੇ ਰਾਜ ਵਿੱਚ ਵੀ ਨਿਰੰਤਰ ਜਿਹੜੀ ਹੈ ਉਹ ਜਾਰੀ ਰਹੀ ਹੈ, ਜਿਹਦੇ ਕਾਰਨ ਸਾਧੂ ਸਿੰਘ ਧਰਮਸੋਤ ਨੂੰ ਆਪਣੀ ਕੁਰਸੀ ਤੋਂ ਹੱਥ ਧੋਣਾ ਪਿਆ। ਕਿਉਂਕਿ ਉਹਨਾਂ ਨੇ ਵੀ ਜਿਹੜਾ 69 ਕਰੋੜ ਦਾ ਜਿਹੜਾ ਸਕੈਮ ਹੋਇਆ ਸੀ, ਜਿਹਦੇ ਵਿੱਚ ਉਹਨਾਂ ਨੇ ਪਿਕ ਐਂਡ ਚੂਜ਼ ਕਰਕੇ ਆਪਣੇ ਜਿਹੜੇ ਪਸੰਦੀਦਾ ਜਿਹੜੇ ਕਾਲਜਸ ਯੂਨੀਵਰਸਿਟੀ ਦੇ ਲੋਕ ਨੇ, ਮੈਨੇਜਮੈਂਟ ਹੈ, ਉਹਨਾਂ ਨੂੰ ਰੁਪਿਆ ਜਾਰੀ ਕੀਤਾ। ਚਹੇਤੇ ਕਾਲਜ, ਚਹੇਤੇ ਜਿਹੜੇ ਕਾਲਜ ਨੇ ਉਹਨਾਂ ਨੇ ਰੁਪਿਆ ਜਾਰੀ ਕੀਤਾ ਔਰ ਉਹਨਾਂ ਦੀ ਜਿਹੜੀ ਰਿਪੋਰਟ ਹੈ ਉਹ ਉਜਾਗਰ ਹੋਈ। ਉਜਾਗਰ ਕਰਨ ਦੇ ਵਿੱਚ ਨੈਸ਼ਨਲ ਸ਼ੈਡਿਊਲ ਕਾਸਟ ਅਲਾਈਅੰਸ ਨੇ ਉਦੋਂ ਵੀ ਇਸ ਗੱਲ ਦਾ ਬਹੁਤ ਰੌਲਾ ਪਾਇਆ ਸੀ, ਕਿਉਂਕਿ ਉਸੇ ਦੇ ਕਾਰਨ ਜਿਹੜੀ ਕੇਂਦਰ ਸਰਕਾਰ ਨੇ ਜਿਹੜੀ ਆਪਣੀ CBI ਦੀ ਇਨਕੁਆਇਰੀ ਜਿਹੜੀ ਕੰਡਕਟ ਕੀਤੀ ਹੈ ਉਹ ਅੰਡਰ ਇਨਵੈਸਟੀਗੇਸ਼ਨ ਹੈ ਔਰ ਜਿਸ ਤਰੀਕੇ ਨਾਲ ਇਹ ਰਾਜਕੁਮਾਰ ਵੇਰਕਾ ਜੀ ਨੇ ਬੜੇ ਚੁਸਤੀ ਚਲਾਕੀ ਦੇ ਨਾਲ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਇਹ ਘਪਲੇ ਨੂੰ ਸਮਾਪਤ ਕਰਨ ਦਾ ਜਿਹੜਾ ਇਹਨਾਂ ਨੇ ਆਪਣੀ ਕੈਬਨਿਟ ਦੇ ਵਿੱਚ ਅਪਰੂਵ ਕੀਤਾ, ਉਸ ਦੇ ਨਾਲ ਇਸ ਤਰ੍ਹਾਂ ਲੱਗਦਾ ਕਿ ਇਹ ਸਮਾਜ ਦੇ ਜਿਹੜੇ ਲੋਕ ਨੇ ਉਹਨਾਂ ਦੇ ਪਿੱਠ ਵਿੱਚ ਛੁਰਾ ਮਾਰ ਰਹੇ ਨੇ ਔਰ ਗਰੀਬ ਬੱਚਿਆਂ ਦੇ ਨਾਮ ਤੇ ਪੋਲਿਟਿਕਸ ਕਰਕੇ ਉਹਨਾਂ ਲੋਕਾਂ ਨੂੰ ਫਾਇਦਾ ਦੇਣਾ ਚਾਹੁੰਦੇ ਨੇ ਜਿਨ੍ਹਾਂ ਲੋਕਾਂ ਨੇ ਕਰੋੜਾਂ ਰੁਪਏ ਦਾ ਗਬਨ ਕੀਤਾ, ਘਪਲੇ ਦੇ ਵਿੱਚ ਸ਼ਾਮਲ ਹੈ। ਅਸੀਂ ਚਾਹੁੰਦੇ ਕਿ ਉਹਨਾਂ ਦੇ ਖਿਲਾਫ ਤਾਂ FIR ਦਰਜ ਹੋਣੀ ਚਾਹੀਦੀ ਸੀ, ਸਲਾਖਾਂ ਪਿੱਛੇ ਹੋਣੇ ਚਾਹੀਦੇ, ਉਹ ਬੰਦੇ ਸਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਸੀ, ਲੇਕਿਨ ਇਹਨਾਂ ਲੋਕਾਂ ਨੇ ਭ੍ਰਸ਼ਟਾਚਾਰ ਕਰਕੇ, ਕਿਉਂਕਿ ਸਾਨੂੰ ਸ਼ੱਕ ਹੈ ਕਿ ਇਹਨਾਂ ਨੇ ਉਸ ਦੇ ਵਿੱਚ ਵੱਡੇ ਪੱਧਰ ਤੇ ਭ੍ਰਸ਼ਟਾਚਾਰ ਕੀਤਾ, ਕਿਉਂਕਿ ਇਲੈਕਸ਼ਨ ਜਿਹੜੀਆਂ ਆ ਰਹੀਆਂ ਨੇ, ਚੋਣਾਂ 2022 ਦੀਆਂ ਬੜੀਆਂ ਮਹਿੰਗੀਆਂ ਨੇ, ਕਾਸਟਲੀ ਨੇ। ਉਹਨਾਂ ਕਾਲਜਸ ਯੂਨੀਵਰਸਿਟੀਆਂ ਦੀ ਮੈਨੇਜਮੈਂਟ ਨਾਲ ਮਿਲ ਕੇ ਜਿਨ੍ਹਾਂ ਕਨੀ ਕਰੋੜਾਂ ਰੁਪਈਆ ਬਕਾਈ ਸੀ, ਉਹਨਾਂ ਕਨੀ 2-2 4-4 ਕਰੋੜ ਰੁਪਈਆ ਦਿਖਾ ਕੇ ਬਾਕੀ ਦੀ ਇਹਨਾਂ ਨੇ ਸੌਦੇਬਾਜ਼ੀ ਕੀਤੀ ਹੈ ਔਰ ਇਹਦੀ ਜਿਹੜੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਔਰ ਜਿਸ ਤਰੀਕੇ ਨਾਲ ਅਨੁਸੂਚਿਤ ਜਾਤੀ ਵਰਗ ਦੇ ਵਿਦਿਆਰਥੀਆਂ ਦੇ ਨਾਲ ਭਵਿੱਖ ਨਾਲ ਖਿਲਵਾੜ ਕੀਤਾ, ਇਹਨਾਂ ਨੂੰ ਸਮਾਜ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ ਔਰ ਇਹਨਾਂ ਤੋਂ ਇਲੈਕਸ਼ਨਾਂ ਦੇ ਦੌਰਾਨ ਜਵਾਬ ਤਲਬੀ ਕਰੀ ਜਾਏਗੀ, ਚਾਹੇ ਉਹ ਚਰਨਜੀਤ ਸਿੰਘ ਜੀ ਚੰਨੀ ਹੋਣ, ਚਾਹੇ ਰਾਜਕੁਮਾਰ ਵੇਰਕਾ ਜੀ ਹੋਣ, ਚਾਹੇ ਅਰੁਣਾ ਚੌਧਰੀ ਜੀ ਹੋਣ ਜਾਂ ਹੋਰ ਜਿਹੜੇ ਮਿਨਿਸਟਰ ਨੇ। ਸਾਨੂੰ ਤਾਂ ਸ਼ੱਕ ਹੈ ਕਿ ਇਹ ਜਿਹੜਾ ਸਕੈਮ ਹੈ, ਇਸ ਸਕੈਮ ਨੂੰ ਦਬਾਉਣ ਦੇ ਵਿੱਚ ਸ਼੍ਰੀਮਤੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਵੀ ਹੱਥ ਹੈ, ਕਿਉਂਕਿ ਜਿਨ੍ਹਾਂ ਦੀ ਬਦੌਲਤ, ਕਿਉਂਕਿ ਅੱਜ ਦੇਖੋ ਆਪਣੇ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਨਵਜੋਤ ਸਿੰਘ ਜੀ ਸਿੱਧੂ, ਉਹ ਵੀ ਇਸ ਉੱਤੇ ਕੋਈ ਨਹੀਂ ਬੋਲੇ। ਜਦੋਂ ਕਹਿੰਦੇ ਵੀ ਅਸੀਂ 0% ਟੋਲਰੇਸ਼ਨ ਹੈ ਕਰਪਸ਼ਨ ਦੇ ਉੱਤੇ, ਤਾਂ ਕਰਪਸ਼ਨ ਦੇ ਵਿੱਚ ਨਵਜੋਤ ਸਿੰਘ ਜੀ ਸਿੱਧੂ ਬਹੁਤ ਪ੍ਰੈਸ ਕਾਨਫਰੰਸਿਸ ਕਰਦੇ ਨੇ, ਬਹੁਤ ਸਟੇਟਮੈਂਟ ਦਿੰਦੇ ਨੇ, ਬਹੁਤ ਟਵੀਟਰ ਕਰਦੇ ਨੇ। ਟਵੀਟ ਦੇ ਉੱਤੇ ਉਹਨਾਂ ਦਾ ਲੱਗਦਾ ਹੈ ਕਿ ਉਹਨਾਂ ਦੀ ਵੀ ਇਹਦੇ ਵਿੱਚ ਸ਼ਮੂਲੀਅਤ ਹੈ ਔਰ ਪੰਜਾਬ ਦੀ ਜਿਹੜੀ ਜਨਤਾ, ਖਾਸ ਕਰ ਅਨੁਸੂਚਿਤ ਜਾਤੀ ਵਰਗ ਹੈ, ਜਿਨ੍ਹਾਂ ਦੀ ਪੰਜਾਬ ਦੇ ਵਿੱਚ 35% ਤੋਂ ਵੱਧ ਪਾਪੂਲੇਸ਼ਨ ਹੈ,
ਉਹ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਸਬਕ ਸਿਖਾਏਗੀ। ਸੋ ਲੱਗਦਾ ਨਹੀਂ ਕੈਂਸਰ ਸਾਹਿਬ ਤੁਸੀਂ ਸ਼ੁਰੂ ਤੋਂ ਇਹ ਮੁੱਦਾ ਚੱਕਿਆ ਹੋਇਆ ਹੈ ਕਿ ਇਹ ਭੁਲੇਖੇ ਨਾਲ ਹੋਈ ਗਲਤੀ ਨਹੀਂ ਹੈ। ਆਡਿਟ 'ਚ 1 ਰੁਪਏ ਦੀ ਗਲਤੀ ਵੀ ਫੜੀ ਜਾਂਦੀ ਹੈ। ਇਹ ਪ੍ਰੀ ਪਲਾਨਡ ਸਕੈਮ ਨਹੀਂ ਸੀਗਾ, ਘੁਟਾਲੇ ਕਰਨ ਦੇ ਵੀ ਰਕਮਾਂ ਪ੍ਰਚੇਤਿਆਂ ਨੂੰ ਦੇ ਦਈਏ, ਪ੍ਰੀ ਪਲਾਨਡ ਹੀ ਸੀਗਾ। ਇਹ ਵੈਲ ਪਲਾਨਡ ਸੀਗਾ ਔਰ ਇਹਨਾਂ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੋਂਦ ਵਿੱਚ ਆਈ, ਇਹਨਾਂ ਨੇ ਥਰਡ ਪਾਰਟੀ ਆਡਿਟ ਕਰਾਇਆ ਸੀ। ਆਡਿਟ ਦੇ ਵਿੱਚ ਸਾਧੂ ਸਿੰਘ ਧਰਮਸਰੋਤ ਨੇ ਇਹ ਗੱਲ ਕਹੀ ਸੀ ਵੀ 300 ਤੋਂ ਲੈ ਕੇ 500 ਕਰੋੜ ਰੁਪਏ ਦਾ ਘਪਲਾ ਹੈ। ਜਦੋਂ ਇਹ ਗੱਲ ਸਾਹਮਣੇ ਆ ਚੁੱਕੀ ਹੈ ਥਰਡ ਪਾਰਟੀ ਆਡਿਟ ਦੇ ਵਿੱਚ ਵੀ 300 ਤੋਂ ਲੈ ਕੇ 500 ਕਰੋੜ ਰੁਪਏ ਦਾ ਘਪਲਾ ਹੈ, ਤਾਂ ਉਸ ਨੇ ਇਸ ਗੱਲ ਨੂੰ ਦਬਾਉਣ ਦੇ ਲਈ ਅੰਡਰ ਦਾ ਟੇਬਲ ਇਹਨਾਂ ਨੇ ਐਗਰੀਮੈਂਟ ਕੀਤੇ, ਉਹਨਾਂ ਨਾਲ ਸਮਝੌਤੇ ਕੀਤੇ। ਜਦੋਂ ਇਹ ਗੱਲ ਉਜਾਗਰ ਹੋਈ ਕਿ 69 ਕਰੋੜ ਦੀ आवंटन ਕੀਤਾ ਗਿਆ ਕਿ ਆਪਣੇ ਚਹੇਤੇ ਜਿਹੜੇ ਕਾਲਜਿਸ ਯੂਨੀਵਰਸਿਟੀਆਂ ਦੀ ਮੈਨੇਜਮੈਂਟ ਉਹ ਡਿਸਟ੍ਰੀਬਿਊਸ਼ਨ ਹੋ ਗਈ ਸੀਗੀ, ਡਿਸਟ੍ਰੀਬਿਊਸ਼ਨ ਇਹਨਾਂ ਨੇ ਕੀਤੀ। ਔਰ ਉਸ ਦੇ ਕਾਰਨ ਜਦੋਂ ਅਸੀਂ ਇਹ ਸਾਰੀ ਗੱਲ ਦਾ ਰੌਲਾ ਪਾਇਆ, ਕਿਉਂਕਿ ਅਸੀਂ ਪਿਛਲੇ ਸਮੇਂ ਦੌਰਾਨ ਕਿਉਂਕਿ 2021 ਦੇ ਵਿੱਚ ਅਸੀਂ ਚੰਡੀਗੜ੍ਹ ਜਿਹੜਾ ਰੈਲੀ ਗਰਾਊਂਡ ਹੈ ਉਹਦੇ ਵਿੱਚ ਅਸੀਂ ਲਗਭਗ 1 ਮਹੀਨਾ ਧਰਨਾ ਦਿਆ ਸੀ। ਗਰੁੱਪ ਆਫ ਮਿਨਿਸਟਰਸ ਨੇ ਇਹ ਗੱਲ ਦਾ ਆ ਕੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਘਪਲਾ ਹੈ ਅਸੀਂ ਉਹ ਬਰਦਾਸ਼ਤ ਨਹੀਂ ਕਰਾਂਗੇ, ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਕਰਾਂਗੇ। ਔਰ ਉਹਦੇ ਨਾਲ ਅਸੀਂ ਇਹ ਗੱਲ ਕਹੀ ਸੀ ਕਿ ਜਿਨ੍ਹਾਂ ਲੱਖਾਂ ਵਿਦਿਆਰਥੀਆਂ ਦੇ ਕਾਲਜਿਸ ਯੂਨੀਵਰਸਿਟੀ ਵਾਲਿਆਂ ਨੇ ਡਿਗਰੀਆਂ ਸਰਟੀਫਿਕੇਟ ਤੇ ਐਡਮਿਸ਼ਨਾਂ ਰੋਕੀਆਂ ਹੋਈਆਂ ਉਹ ਤੁਰੰਤ ਕੀਤੀਆਂ ਜਾਣ। ਉਸ ਸਮੇਂ ਦੌਰਾਨ ਕਿਉਂਕਿ ਅਸੀਂ ਇਹ ਦੇਖਦੇ ਹਾਂ ਕਿ ਹਰ ਸਾਲ ਜਿਹੜਾ 3 ਤੋਂ 3.5-4 ਲੱਖ ਬੱਚਾ ਹੈ ਜਿਹੜਾ ਉਹ ਐਡਮਿਸ਼ਨ ਲੈਂਦਾ ਹੈ ਔਰ ਐਡਮਿਸ਼ਨ ਦੇ ਵਿੱਚ ਜਿਹੜੀ ਵੱਡੇ ਪੱਧਰ ਤੇ ਕਿਉਂਕਿ ਕਾਲਜਿਸ ਯੂਨੀਵਰਸਿਟੀ ਵਾਲਿਆਂ ਨੇ ਪਿਛਲੇ ਲਗਭਗ 2015 ਤੋਂ ਬਾਅਦ ਵੱਡੇ ਪੱਧਰ ਤੇ ਘਪਲਾ ਕੀਤਾ। ਉਸ ਘਪਲੇ ਨੂੰ ਨੱਪਣ ਦੇ ਲਈ, ਉਸ ਨੂੰ ਦਬਾਉਣ ਦੇ ਲਈ ਅਕਾਲੀ ਦਲ ਦਾ ਵੀ ਬਹੁਤ ਵੱਡਾ ਰੋਲ ਹੈ ਔਰ ਉਸ ਤੋਂ ਵੀ 4 ਕਦਮ ਅੱਗੇ ਵੱਧ ਕੇ ਜਿਹੜਾ ਆਪਣਾ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਹੈ ਔਰ ਚੰਨੀ ਨੇ ਤਾਂ ਹੱਦ ਹੀ ਕਰ ਦਿੱਤੀ ਕਿ ਕੈਬਨਿਟ ਦੇ ਵਿੱਚ ਲਿਆ ਕੇ ਉਹਨਾਂ ਦੇ ਉਹ ਜਿਹੜੇ ਨੇ ਉਹ ਮਾਫ ਕਰ ਦਿੱਤਾ ਉਹਨਾਂ ਨੂੰ। ਕੀ ਲੱਗਦਾ ਤੁਹਾਨੂੰ ਚਰਨਜੀਤ ਸਿੰਘ ਮੁੱਖ ਮੰਤਰੀ ਦੀ ਕੀ ਮਜਬੂਰੀ ਹੋ ਗਈ ਹੋਣੀ? ਕਿਉਂਕਿ ਇਹ ਤਾਂ ਐਕਸੀਡੈਂਟਲ ਚੀਫ ਮਿਨਿਸਟਰ ਹੈ ਔਰ ਇਹ ਅੰਡਰ ਪ੍ਰੈਸ਼ਰ ਉਹਨਾਂ ਦੇ ਕੰਮ ਕਰ ਰਿਹਾ। ਜਿਹੜੇ ਸ਼ੈਡਿਊਲ ਕਾਸਟਾਂ ਨਾਲ ਸੰਬੰਧਿਤ ਇਸ਼ੂ ਨੇ ਇਹ ਆਪ ਭੁੱਲ ਗਏ ਕਿ ਮੈਂ ਵੀ ਉਸੇ ਵਰਗ ਚ ਆਉਣਾ, ਕਿਉਂਕਿ ਇਹ ਬੰਦੇ ਕਦੇ ਵੀ ਸਮਾਜ ਪ੍ਰਤੀ ਸੰਸੀਅਰ ਨਹੀਂ ਹੈ। ਇਹ ਸਮਾਜ ਦੀ ਹਮੇਸ਼ਾ ਪਿੱਠ ਵਿੱਚ ਛੁਰਾ ਮਾਰਨ ਦੇ ਲਈ ਇਹ ਵੱਖੋ ਵੱਖਰੀ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਬਣਦੇ ਨੇ। ਔਰ ਜਦੋਂ ਦਾ ਇਹਨਾਂ ਦਾ 100 ਦਿਨ ਦਾ ਕਾਰਜਕਾਲ ਹੈ, ਇੱਕ ਵੀ ਮੁੱਦਾ ਐਸਾ ਨਹੀਂ ਇਹ ਬਾਂਹ ਖੜੀ ਕਰਕੇ ਕਹਿ ਦੇਣ ਕਿ ਅਸੀਂ ਅਨੁਸੂਚਿਤ ਜਾਤੀ ਵਰਗ ਲਈ ਕੀਤਾ ਹੋਵੇ। ਚਰਨਜੀਤ ਤਾਂ ਕਹਿ ਰਿਹਾ, ਕਹਿੰਦਾ ਮੈਂ ਲੋਕਾਂ ਨਾਲ ਵਾਅਦਾ ਨਹੀਂ ਕਰ ਰਿਹਾ, ਮੈਂ ਤਾਂ ਫੈਸਲੇ ਕਰ ਰਿਹਾ ਤੇ ਫੈਸਲੇ ਇਦਾਂ ਦੇ ਹੋ ਰਹੇ ਗੁਪਚੁਪ ਤਰੀਕੇ ਨਾਲ। ਕਿਉਂਕਿ ਉਹ ਇਹ ਗੱਲ ਕਹਿੰਦੇ ਰਹੇ ਕਿ ਮੈਂ ਐਲਾਨ ਜੀਤ ਨਹੀਂ ਆ, ਵਿਸ਼ਵਾਸ ਜੀਤ ਹੈ। ਤੇ ਅਸੀਂ ਇਹਨੂੰ ਕਹਿੰਦੇ ਇਹ ਗੁੰਮਰਾਹ ਜੀਤ ਹੈ ਕਿ ਲੋਕਾਂ ਨੂੰ ਖਾਸ ਕਰ ਸ਼ੈਡਿਊਲ ਕਾਸਟਾਂ ਨੂੰ ਗੁੰਮਰਾਹ ਕਰ ਰਿਹਾ। ਕਿਉਂਕਿ ਉਹਨਾਂ ਦਾ ਜਿਹੜਾ ਸ਼ੈਡਿਊਲ ਕਾਸਟ ਸਬ ਪਲਾਨ ਸੀ, ਜਿਹਨੂੰ ਸਪੈਸ਼ਲ ਕੰਪੋਨੈਂਟ ਪਲਾਨ ਕਹਿੰਦੇ ਨੇ, ਉਹਨਾਂ ਨੂੰ ਇਸਨੇ ਕੋਈ ਇੰਪਲੀਮੈਂਟ ਨਹੀਂ ਕੀਤਾ। ਉਹਦੇ ਨਾਲ ਜਿਹੜੀ ਜ਼ਮੀਨਾਂ ਨਾਲ ਸ਼ਾਮਲਾਟ ਜ਼ਮੀਨਾਂ ਨਾਲ ਮਸਲੇ ਜੁੜੇ ਸੀ ਉਹਦੇ ਉੱਤੇ ਕੋਈ ਗੱਲ ਨਹੀਂ ਕਰੀ। ਜਿਹੜੇ ਪੰਜਾਬ ਦੇ ਵਿੱਚ ਐਟਰੋਸਿਟੀ ਦੇ ਕੇਸ ਨੇ ਫਾਸਟ ਟਰੈਕ ਕੋਰਟ ਚਲਾਉਣੀ ਸੀ ਉਹਦੇ ਉੱਤੇ ਕੁਝ ਨਹੀਂ ਕੀਤਾ। ਕੀ ਸਮਝਦੇ ਹੋ ਇਹ ਕਿਉਂ ਕੀਤਾ ਗਿਆ? ਕਾਲਜਾਂ ਦਾ ਦਬਾਅ ਹੋਏਗਾ ਸੀਐਮ ਤੇ? ਕਿਉਂਕਿ ਇਹਨਾਂ ਨੇ ਉਹਨਾਂ ਤੋਂ ਚੰਦਾ ਲੈਣਾ ਹੈ, ਭ੍ਰਸ਼ਟਾਚਾਰ ਹੈ ਇਹ। ਔਰ ਉਹਨਾਂ ਨੂੰ ਇਹਨਾਂ ਨੇ ਬੈਕਡੋਰ ਜਿਹੜੀ ਭ੍ਰਸ਼ਟਾਚਾਰ ਜਿਹੜਾ ਹੋ ਗਿਆ 500 ਕਰੋੜ ਦਾ, ਉਹਨੂੰ ਖਤਮ ਕਰਨ ਲਈ ਕਾਗਜ਼ਾਂ 'ਚ ਫਿਰ ਭ੍ਰਸ਼ਟਾਚਾਰ ਹੋ ਰਿਹਾ। ਭ੍ਰਸ਼ਟਾਚਾਰ ਹੀ ਹੋ ਰਿਹਾ। ਉਹਨਾਂ ਤੋਂ ਇਲੈਕਸ਼ਨ ਜਿਹੜਾ ਫੰਡ ਹੈ ਉਹ ਲਿਆ ਜਾਏਗਾ ਔਰ ਉਹਨਾਂ ਨੂੰ ਇਹਨਾਂ ਨੇ ਕਲੀਨ ਚਿੱਟ ਜਿਹੜੀ ਨੋਇੰਗਲੀ ਦਿੱਤੀ ਹੈ ਕਿ ਇਹ ਇਹਨਾਂ ਨੇ ਅਚਨਚੇਤ ਨਹੀਂ ਕਰਿਆ, ਇਹ ਨੋਇੰਗਲੀ ਇਹਨਾਂ ਨੇ ਇਸ ਤਰੀਕੇ ਨਾਲ ਕੀਤਾ ਕਿ ਜਾਣਬੁੱਝ ਕੇ ਕਿ ਅਸੀਂ ਸ਼ੈਡਿਊਲ ਕਾਸਟ ਵਰਗ ਹੈ ਜਿਹੜਾ ਉਹਨਾਂ ਦਾ ਕੋਈ ਲੀਡਰਲੈਸ ਸਮਾਜ ਹੈ, ਉਹਨਾਂ ਦੀ ਕੋਈ ਆਵਾਜ਼ ਨਹੀਂ ਹੈ। ਤੇ ਉਸ ਕਰਕੇ ਅਸੀਂ ਇਸ ਜਿਹੜੀ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਘਪਲਾ ਹੈ ਔਰ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ। ਔਰ ਇਸ ਨੂੰ ਚੰਨੀ ਹੈ, ਚਾਹੇ ਰਾਜਕੁਮਾਰ ਵੇਰਕਾ, ਚਾਹੇ ਹੋਰ ਨੇ, ਚਾਹੇ ਸਾਧੂ ਸਿੰਘ ਧਰਮਸਰੋਤ ਹੈ, ਅਸੀਂ ਲੋਕਾਂ ਦੇ ਸਾਹਮਣੇ ਉਹਨਾਂ ਦਾ ਜਿਹੜਾ ਪਰਦਾ ਜਿਹੜਾ ਉਹ ਫਾਸ਼ ਕਰ ਰਹੇ ਹਾਂ ਔਰ ਕਰਦੇ ਰਹਾਂਗੇ। ਔਰ ਇਸੇ ਸੰਬੰਧ ਦੇ ਵਿੱਚ ਮਾਨਯੋਗ ਗਵਰਨਰ ਸਾਹਿਬ ਤੋਂ ਸਮਾਂ ਮੰਗਿਆ ਗਿਆ ਔਰ ਅਸੀਂ ਉਹਨਾਂ ਦੇ ਸਾਹਮਣੇ ਜਿਹੜਾ ਇਹਨਾਂ ਦਾ ਕੱਚਾ ਚਿੱਠਾ ਹੈ ਉਹ ਅਸੀਂ ਉਹਨਾਂ ਦੇ ਸਾਹਮਣੇ ਰੱਖਾਂਗੇ ਤਾਂ ਜੋ ਇਹਨਾਂ ਦੀ ਨਿਰਪੱਖ ਜਾਂਚ ਹੋ ਸਕੇ। ਔਰ ਇਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਇਹੋ ਜਿਹਾ ਕੁਕਰਮ ਕੀਤਾ, ਇਹੋ ਜਿਹਾ ਇਹਨਾਂ ਨੇ ਵਿਸ਼ਵਾਸਘਾਤ, ਇੱਕ ਵੈਲ ਪਲਾਨਡ ਕ੍ਰਾਈਮ ਹੈ ਇਹ ਵੈਲ ਪਲਾਨਡ ਆਰਗੇਨਾਈਜ਼ਡ ਕ੍ਰਾਈਮ ਹੈ। ਆਰਗੇਨਾਈਜ਼ਡ ਕ੍ਰਾਈਮ ਜਿਹੜਾ ਇਹਨਾਂ ਨੇ ਕੀਤਾ, ਅਸੀਂ ਉਸ ਨੂੰ ਕਿਸੇ ਕੀਮਤ ਤੇ ਦਵਣ ਨਹੀਂ ਦੇਵਾਂਗੇ। ਕੀ ਲੱਗਦਾ ਕੁਝ ਮਾੜੀ ਮੋਟੀ ਰਿਕਵਰੀ ਕਰ ਪਾਏ ਨੇ ਕਾਲਜਾਂ ਤੋਂ, ਇਹ ਖਾਨਾ ਪੂਰਤੀ ਕਰ ਪਾਏ ਨੇ ਲੋਕਾਂ ਨੂੰ, ਜਨਤਾ ਨੂੰ ਜਵਾਬ ਦੇਣ ਲਈ ਕਿ ਨਹੀਂ ਇਸ ਮਾਮਲੇ 'ਚ? ਕਿਉਂਕਿ ਇਹਨਾਂ ਨੇ ਕੁਝ ਰਿਕਵਰੀ ਕੀਤੀ ਹੈ ਉਹ ਆਈਵਾਸ਼ ਹੈ, ਲੇਕਿਨ ਜਿਨ੍ਹਾਂ ਬੰਦਿਆਂ ਕਨੀ 20-50
ਘੱਟਾ ਹੀ ਪਾ ਰਿਹਾ ਅੱਖਾਂ 'ਚ। ਕਰੋੜ ਰੁਪਇਆ ਹੈ, ਉਹਨਾਂ ਦੇ ਨਾਲ 2-2 ਕਰੋੜ ਰੁਪਏ 5-5 ਜਿਹੜੇ ਲੱਖ ਰੁਪਇਆ ਜਾਂ 2.5 ਕਰੋੜ ਰੁਪਇਆ ਪਾਇਆ। ਲੇਕਿਨ ਇਹ ਸਾਰਾ ਕੁਝ ਮੂਰਖ ਬਣਾਉਣ ਦਾ ਇਹਨਾਂ ਨੇ ਇੱਕ ਸਾਧਨ ਲੱਭ ਲਿਆ ਔਰ ਪੰਜਾਬ ਦੀ ਜਨਤਾ ਜਿਹੜੀ ਹੈ ਇਹ ਸਾਰੀ ਗੱਲ ਆਪਣੇ ਦੇਖ ਰਹੀ ਹੈ ਔਰ ਇਹਨਾਂ ਨੂੰ ਇਸ ਲੈਵਲ ਤੇ ਕਿਸੇ ਲੈਵਲ ਤੇ ਬਰਦਾਸ਼ਤ ਨਹੀਂ ਹੋਣਗੇ। ਪੰਜਾਬ ਦੇ ਵਿੱਚ 34 ਵਿਧਾਨ ਸਭਾ ਰਿਜ਼ਰਵ ਹਲਕੇ ਨੇ, ਅਸੀਂ ਉਹਨਾਂ 'ਚ ਜਾ ਕੇ ਇਹਨਾਂ ਦਾ ਭੰਡੀ ਪ੍ਰਚਾਰ ਕਰਾਂਗੇ ਕਿਉਂਕਿ ਇਹਨਾਂ ਨੇ ਜਿਸ ਤਰੀਕੇ ਨਾਲ ਸਵਾਲ ਪੁੱਛੋਗੇ ਜਦੋਂ ਆਣਗੇ ਵੀ ਉਹ ਕਿੱਥੇ ਗਿਆ ਘੁਟਾਲਾ, ਇਹ ਜ਼ਰੂਰ ਇਹਨਾਂ ਨੂੰ ਸਵਾਲ ਪੁੱਛਿਆ ਜਾਏਗਾ। ਔਰ ਲੋਕ ਜਿਹੜੇ, ਕਿਉਂਕਿ ਮੈਨੂੰ ਬਹੁਤ ਵਿਦਿਆਰਥੀਆਂ ਦੇ ਜਿਹੜੇ ਉਹ ਫੋਨ ਆਏ, ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਸਾਡੇ ਨਾਲ ਇਹ ਪਿਛਲੇ 3-4 ਸਾਲਾਂ ਤੋਂ ਧੱਕਾ ਤੇ ਧੋਖਾ ਹੋ ਰਿਹਾ ਸੀ, ਸਾਨੂੰ ਕਾਲਜਾਂ ਯੂਨੀਵਰਸਿਟੀਆਂ ਦੇ ਬਾਹਰ ਖੜ ਕੇ ਜ਼ਲੀਲ ਕੀਤਾ ਜਾਂਦਾ ਸੀ ਔਰ ਸਾਨੂੰ ਡਿਗਰੀਆਂ ਸਰਟੀਫਿਕੇਟ ਨਹੀਂ ਦਿੱਤੇ ਜਾਂਦੇ ਸੀ, ਐਡਮਿਸ਼ਨ ਨਹੀਂ ਦਿੱਤੇ ਜਾਂਦੇ ਸੀ, ਕਿ ਅਸੀਂ ਹੁਣ ਇਲੈਕਸ਼ਨ ਦੌਰਾਨ ਇਹਨਾਂ ਤੋਂ ਸਵਾਲ ਜਵਾਬ ਕਈਆਂ ਦੇ ਤਾਂ ਵਿਦਿਆਰਥੀਆਂ ਦੀ ਪੜ੍ਹਾਈ ਵੀ ਛੁੱਟ ਗਈ। ਔਰ ਇਸ ਦੌਰਾਨ ਜਿਹੜੇ ਹਜ਼ਾਰਾਂ ਵਿਦਿਆਰਥੀ ਨੇ ਉਹ ਅੱਧ ਵਿਚਾਲੇ ਪੜ੍ਹਾਈ ਛੱਡ ਕੇ ਚਲੇ ਗਏ, ਉਹ ਕਿਸੇ ਪਾਸੇ ਦੇ ਨਹੀਂ ਰਹੇ। ਉਹਨਾਂ ਦਾ ਇਹਨਾਂ ਨੇ ਭਵਿੱਖ ਜਿਹੜਾ ਰਾਜਨੀਤਿਕ ਲੋਕਾਂ ਨੇ ਬਰਬਾਦ ਕਰ ਦਿੱਤਾ ਔਰ ਨੈਸ਼ਨਲ ਸ਼ੈਡਿਊਲ ਕਾਸਟ ਅਲਾਈਅੰਸ ਹੈ ਜਿਹੜਾ, ਇਹਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ। ਲੋਕਾਂ ਦੀ ਆਵਾਜ਼ ਹੈ ਜਿਹੜੀ ਅਸੀਂ ਉਹ ਬੁਲੰਦ ਕਰ ਰਹੇ ਹਾਂ, ਉਹ ਲਗਾਤਾਰ ਜਾਰੀ ਰਹੇਗੀ ਔਰ ਚਾਹੇ ਉਹ ਚਰਨਜੀਤ ਸਿੰਘ ਜੀ ਚੰਨੀ ਕੇਅਰ ਟੇਕਰ ਮੁੱਖ ਮੰਤਰੀ ਹੋਣ, ਚਾਹੇ ਰਾਜਕੁਮਾਰ ਵੇਰਕਾ ਜੀ ਹੋਣ, ਚਾਹੇ ਸਾਧੂ ਸਿੰਘ ਜੀ ਧਰਮਸਰੋਤ ਹੋਣ, ਚਾਹੇ ਗੁਲਜ਼ਾਰ ਸਿੰਘ ਜੀ ਰਾਣੀਕੇ ਹੋਣ, ਅਸੀਂ ਉਹਨਾਂ ਨੂੰ ਕਿਸੇ ਕੀਮਤ ਤੇ ਜਿਹੜਾ ਉਹ ਬਰਦਾਸ਼ਤ ਨਹੀਂ ਕਰਾਂਗੇ। ਸੋ ਕੀ ਲੱਗਦਾ ਗਵਰਨਰ ਤੋਂ ਹਲੇ ਤੁਹਾਨੂੰ ਟਾਈਮ ਮਿਲਿਆ ਨਹੀਂ, ਆਸ ਲੱਗਦੀ ਹੈ ਜਦੋਂ ਗਵਰਨਰ ਕੋਲ ਮਾਮਲਾ ਦੱਸ ਕੇ ਆਉਂਗੇ ਕੋਈ ਇਨਸਾਫ ਮਿਲੇਗਾ ਇਹ ਪੀੜਤ ਵਿਦਿਆਰਥੀਆਂ ਨੂੰ? ਜ਼ਰੂਰ ਸਾਨੂੰ ਇਸ ਗੱਲ ਦੀ ਉਮੀਦ ਹੈ, ਆਸ ਹੈ ਕਿ ਗਵਰਨਰ ਸਾਹਿਬ ਇਸ ਦੀ ਨਿਰਪੱਖ ਜਾਂਚ ਕਰਾਂਗੇ। ਜੋ ਕੈਬਨਿਟ ਨੇ ਫੈਸਲਾ ਕੀਤਾ ਉਸ ਨੂੰ ਰੱਦ ਕਰਨ ਦੇ ਲਈ ਉਹ ਅਨੁਸੂਚਿਤ ਜਾਤੀਆਂ ਨੂੰ ਨਿਆਂ ਦਿਵਾਉਣ ਦੇ ਵਿੱਚ ਮੋਰਲੀ ਕਤਾਰ ਵਿੱਚ ਖੜ ਕੇ ਉਹਨਾਂ ਦੀ ਮਦਦ ਕਰਨਗੇ। ਜੀ, ਸੋ ਅਗਰ ਨੈਸ਼ਨਲ ਸ਼ਡਿਊਲ ਕਾਸਟ ਅਲਾਈਅੰਸ ਦੇ ਦਾਅਵਿਆਂ ਨੂੰ ਸੱਚ ਮੰਨਿਆ ਜਾਵੇ, ਪਰਮਜੀਤ ਸਿੰਘ ਕੈਂਥ ਉਹਨਾਂ ਦੀ ਗੱਲਾਂ ਨੂੰ ਸੱਚ ਮੰਨਿਆ ਜਾਵੇ ਤਾਂ 500 ਕਰੋੜ ਦਾ ਘੁਟਾਲਾ ਸੀ, 70 ਦੇ ਕਾਲਜ ਸੀਗੇ, 101 ਕਰੋੜ ਦੀ ਰਿਕਵਰੀ ਦਿਖਾਈ ਗਈ ਤੇ ਰਿਕਵਰੀਆਂ ਜਿਹੜੀਆਂ ਹੁਣ ਲਈਆਂ ਕਿੰਨੇ ਦੀ ਜਾ ਰਹੀਆਂ ਨੇ? 2-2 2.5 ਕਰੋੜ ਲੈ ਕੇ ਸਾਰਿਆ ਜਾ ਰਿਹਾ ਹੈ। ਕਾਲਜ ਕਿਹਨਾਂ ਦੇ ਨੇ? ਇਹਨਾਂ ਹੀ ਮੰਤਰੀਆਂ ਸੰਤਰੀਆਂ ਦੇ ਕਾਲਜ ਨੇ। ਪਰ ਇਹ ਧੋਖਾ ਕਿਹਦੇ ਨਾਲ ਹੋਇਆ? ਇਹ ਪੰਜਾਬ ਦੇ ਵਿਦਿਆਰਥੀਆਂ ਨਾਲ, ਖਾਸ ਕਰ ਦਲਿਤ ਵਿਦਿਆਰਥੀਆਂ ਨਾਲ ਧੋਖਾ ਹੋਇਆ। ਕੈਪਟਨ ਅਮਰਿੰਦਰ ਤੋਂ ਲੈ ਕੇ ਅੱਜ ਚਰਨਜੀਤ ਤੱਕ ਇਹੀ ਸਵਾਲ ਜਿਹੜਾ ਦਲਿਤ ਵਰਗ ਆ, ਖਾਸ ਕਰ ਦਲਿਤ ਵਿਦਿਆਰਥੀ ਨੇ ਪੰਜਾਬ ਦੇ, ਉਹ ਪੁੱਛ ਰਹੇ ਨੇ ਕਿ ਸਾਡੇ ਨਾਲ ਹੀ ਅਜਿਹਾ ਕਿਉਂ? ਉਹ ਵੀ ਉਦੋਂ ਜਦੋਂ ਸੂਬੇ ਦਾ ਮੁੱਖ ਮੰਤਰੀ ਵੀ ਦਲਿਤ ਹੋਵੇ ਤੇ ਰਿਜ਼ਰਵੇਸ਼ਨ ਦੇ ਆਧਾਰ ਤੇ ਹੀ ਉਹ ਮੁੱਖ ਮੰਤਰੀ ਉਦੋਂ ਤੱਕ ਪਹੁੰਚਿਆ ਹੋਵੇ। ਸੋ ਕਿਤੇ ਨਾ ਕਿਤੇ ਹੁਣ ਅਲਾਈਅੰਸ ਨੇ ਤਹਈਆ ਕਰ ਲਿਆ ਕਿ ਇਸ ਮਾਮਲੇ ਨੂੰ ਸਿਰੇ ਤੱਕ ਲਿਜਾ ਕੇ ਦੋਸ਼ੀਆਂ ਨੂੰ ਬਣਦੀ ਸਜ਼ਾ ਤੱਕ ਦਿਵਾਵਾਂਗੇ, ਪਰਚੇ ਦਰਜ ਕਰਾ ਕੇ ਸਲਾਖਾਂ ਦੇ ਪਿੱਛੇ ਤੱਕ ਪਹੁੰਚਾਵਾਂਗੇ। ਵਿਜੇ ਕਰਨਦੀਪ ਸਿੰਘ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ।